ਇਹਨਾਂ ਨੂੰ ਜਦੋਂ ਇੱਥੇ ਇਹਨਾਂ ਦਾ ਥੋੜ੍ਹਾ ਕੰਮ ਵਧਣ ਲੱਗਾ ਤਾਂ ਗੋਰੇ ਕਾਫੀ ਨਫ਼ਰਤ ਕਰਨ ਲੱਗ ਗਏ। ਉਹ ਨਫ਼ਰਤ ਦੇ ਨਾਲ ਇਹਨਾਂ ਨੇ ਮਤਲਬ ਕਈ ਤਰ੍ਹਾਂ ਦੇ ਪਲਾਨ ਬਣਾਏ ਕਿ ਇਹਨਾਂ ਨੂੰ ਲੱਗਿਆ ਕਿ ਸਾਡੇ ਮੁਲਕ ਨੂੰ ਗੰਦਾ ਕਰ ਦੇਣਗੇ, ਗੰਦ ਪਾਉਣਗੇ। ਮੀਡੀਆ ਦੇ ਵਿੱਚ ਇਸ ਦਾ ਪ੍ਰੋਪੋਗੰਡਾ ਕੀਤਾ ਗਿਆ ਅਤੇ ਇੱਕ ਪਲਾਨ ਬਣਾ ਲਿਆ ਗਿਆ ਕਿ ਸਿੱਖਾਂ ਨੂੰ ਹੰਡੂਰਸ, ਜੋ ਕਿ ਇੱਕ ਬੜਾ ਮਾੜਾ ਦੇਸ਼ ਹੈ, ਅੱਜ ਵੀ ਉੱਥੇ ਬਹੁਤ ਗਰੀਬੀ ਹੈ ਅਤੇ ਉਸ ਵੇਲੇ ਯੈਲੋ ਫੀਵਰ ਵੀ ਉੱਥੇ ਫੈਲਿਆ ਹੋਇਆ ਸੀ, ਅਤੇ ਉੱਥੇ ਭੇਜਿਆ ਜਾਵੇ। ਉਸ ਪਲਾਨ ਨੂੰ ਸੰਤ ਤੇਜਾ ਸਿੰਘ ਨੇ ਨਾਕਾਮ ਕੀਤਾ। ਜੇ ਉਹ ਨਾ ਹੁੰਦਾ ਤਾਂ ਅੱਜ ਸ਼ਾਇਦ ਅਸੀਂ ਹੰਡੂਰਸ ਬੈਠੇ ਹੁੰਦੇ ਸਾਰੇ। ਅਤੇ ਕਿਉਂਕਿ ਸਾਨੂੰ ਵੋਟ ਦਾ ਵੀ ਹੱਕ ਨਹੀਂ ਸੀ ਕੈਨੇਡਾ ਦੇ ਵਿੱਚ ਉਸ ਵੇਲੇ। ਅਤੇ ਸਾਰਾ ਹੁਣ ਅੱਜ ਤੁਸੀਂ ਦੇਖੋ ਸਾਡੇ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਮੰਤਰੀ ਸਾਹਿਬਾਨ, ਭਾਵੇਂ ਉਹ ਸੂਬੇ ਲੈਵਲ ਦੀਆਂ ਸਰਕਾਰਾਂ ਨੇ, ਭਾਵੇਂ ਉਹ ਫੈਡਰਲ ਲੈਵਲ ਦੀਆਂ ਸਰਕਾਰਾਂ ਨੇ ਜਾਂ ਮਿਊਨਸੀਪਲ ਲੈਵਲ ਦੀਆਂ ਸਰਕਾਰਾਂ ਨੇ, ਉੱਥੇ ਸਾਡੇ ਲੋਕ ਬੜੀ ਸ਼ਾਨ ਨਾਲ ਉਸੇ ਹੀ ਬੈਠੇ ਹੈਗੇ ਨੇ ਜਿੱਥੇ ਵਾਈਟ ਕੈਨੇਡਾ ਕਿਹਾ ਜਾਂਦਾ ਸੀ ਅਤੇ ਸਾਡੇ ਖਿਲਾਫ ਮਤੇ ਪਾਸ ਕੀਤੇ ਜਾਂਦੇ ਸੀ। ਅੱਜ ਉਹਨਾਂ ਹੀ ਲੈਜਿਸਲੇਸ਼ਨ ਦੇ ਵਿੱਚ ਉਹਨਾਂ ਨੂੰ ਸਨਮਾਨ ਮਿਲ ਰਿਹਾ, ਕਿਉਂਕਿ ਗੋਰੇ ਗੋਰੀਆਂ ਉਹਨਾਂ ਨੂੰ ਬਹੁਤ ਫਾਲੋ ਕਰਨ ਲੱਗ ਗਏ ਸਨ। ਇਸ ਵੇਲੇ ਨਾਮ ਬਾਣੀ ਜਪਣ ਲੱਗ ਗਏ ਸਨ। ਕਈ ਗੋਰਿਆਂ ਨੇ ਅੰਮ੍ਰਿਤ ਛਕ ਲਿਆ ਸੀਗਾ। ਉਹਨਾਂ ਦਾ ਜੀਵਨ ਇੰਨਾ ਉੱਚਾ ਸੀ। ਵੱਡੀ ਸ਼ਖਸੀਅਤ ਹੋਵੇ ਜਿਸਨੇ ਪ੍ਰਾਪਤੀਆਂ ਤੁਸੀਂ ਇੰਨੀਆਂ ਗਿਣਾ ਦਿੱਤੀਆਂ, ਪਰ ਅੱਜ ਅਸੀਂ ਉਹਨਾਂ ਨੂੰ ਚੇਤੇ ਨਹੀਂ ਰੱਖ ਸਕੇ। ਸਾਡੇ ਜ਼ਿਹਨ ਦੇ ਵਿੱਚ, ਸਾਡੀ ਸੁਰਤ ਦੇ ਵਿੱਚ ਨਾਮ ਨਹੀਂ ਜਿਹਦਾ ਗੂੰਜਣਾ ਚਾਹੀਦਾ ਸੀ। ਕੀ ਕਾਰਨ ਮੰਨਦੇ ਹੋ ਵੀ ਅਸੀਂ ਉਹਨਾਂ ਦੇ ਨਾਮ ਨੂੰ, ਜਾਂ ਅੱਜ ਖਾਸ ਕਰਕੇ ਜਦੋਂ ਵਿਦਿਆਰਥੀ, ਕਿਉਂਕਿ ਤੁਸੀਂ ਦੱਸਿਆ ਵੀ ਵਿਦਿਆਰਥੀ ਇੱਥੇ ਉਹ ਪਹਿਲੇ ਵਿਦਿਆਰਥੀ ਆਏ ਸਨ, ਤੇ ਅੱਜ ਦੇ ਵਿਦਿਆਰਥੀਆਂ ਤੱਕ ਇਹ ਮੈਸੇਜ ਕਿਉਂ ਨਹੀਂ ਪਹੁੰਚ ਸਕਿਆ? ਜੇ ਤੁਸੀਂ ਉਸ ਵੇਲੇ ਦੀਆਂ ਅੰਗਰੇਜ਼ੀ ਅਖਬਾਰਾਂ, ਸਾਡੀਆਂ ਅਖਬਾਰਾਂ ਤਾਂ ਨਹੀਂ ਸਨ ਉਸ ਵੇਲੇ, ਇੰਗਲਿਸ਼ ਦੀਆਂ ਮੇਨ ਸਟ੍ਰੀਮ ਦੀਆਂ ਅਖਬਾਰਾਂ ਦਾ ਵੈਨਕੂਵਰ ਪ੍ਰੋਵਿੰਸ ਸਨ ਨਾਂ ਦੀ ਅਖਬਾਰ ਛਪਦੀ ਸੀ, ਅੱਜ ਵੀ ਛਪਦੀ ਹੈ। 1908 ਦੀ 12 ਦਸੰਬਰ 1908 ਦੀ ਅਖਬਾਰ ਦਾ ਫਰੰਟ ਪੇਜ ਦਾ ਟਾਈਟਲ ਹੈ ਮਿਸਟਰੀ ਐਂਡ ਪਾਵਰਸ ਆਫ ਤੇਜਾ ਸਿੰਘ, ਅਤੇ ਉਹਨਾਂ ਦਾ ਪੂਰਾ ਕੈਮਰੇ ਦਾ ਫੋਟੋ ਨਹੀਂ, ਸਕੈਚ ਬਣਾ ਕੇ ਲਾਇਆ ਹੈ, ਜਿੱਥੇ ਉਹ ਜਰਨਲਿਸਟ ਨੇ ਲਿਖਿਆ ਵੀ ਇਹ ਪਤਾ ਨਹੀਂ ਕੌਣ ਹੈ ਬੰਦਾ, ਵੀ ਇਹ ਕਿੱਥੋਂ ਆਇਆ, ਟੂ ਸੇਵ ਹਿਜ਼ ਕੰਟਰੀਮੈਨ ਰਿਗਾਰਡਡ ਬਾਈ ਦੈਮ ਐਜ਼ ਏ ਡੈਮੀਗॉड। ਇੱਕ ਜਰਨਲ ਸਵੇਨ ਦੀ ਰਿਪੋਰਟ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਸਿੱਖ ਭਾਈਚਾਰਾ ਜਿਸ ਵੀ ਮੁਲਕ ਵਿੱਚ ਜਾ ਕੇ ਵਸਦਾ, ਉਸ ਦੇ ਤਰੱਕੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ। ਕੈਨੇਡਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਦੀ ਸਰਕਾਰ ਦੇ ਵਿੱਚ ਸਿੱਖ ਫੇਸ ਕਾਫੀ ਮੰਤਰੀ ਨੇ, ਤੇ ਨਾਲ ਜਦੋਂ ਵਿਦਿਆਰਥੀਆਂ ਦੀ ਗੱਲ ਕਰੀਏ, ਵਿਦਿਆਰਥੀਆਂ ਦੀ ਵੀ ਪਹਿਲੀ ਪਸੰਦ ਜੇ ਕੋਈ ਮੁਲਕ ਹੈ ਤਾਂ ਉਹ ਕੈਨੇਡਾ ਦੀ ਧਰਤੀ ਹੈ। ਹੁਣ ਉਸ ਕੈਨੇਡਾ ਦੀ ਧਰਤੀ ਤੋਂ ਇੱਕ ਸਾਡੇ ਲਈ ਖੁਸ਼ਖਬਰੀ ਆ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਇੱਕ ਸਿੱਖ ਸਕਾਲਰ, ਸਿੱਖ ਵਿਦਵਾਨ, ਸਿੱਖ ਸੰਤ ਬਾਬਾ ਤੇਜਾ ਸਿੰਘ ਦੇ ਨਾਮ ਦੇ ਉੱਤੇ 1 ਜੁਲਾਈ ਨੂੰ ਸੰਤ ਤੇਜਾ ਸਿੰਘ ਡੇ ਮਨਾਉਣ ਦਾ ਫੈਸਲਾ ਕੀਤਾ ਗਿਆ। ਆਓ ਆਪਾਂ ਜਾਣਕਾਰੀ ਲੈਂਦੇ ਹਾਂ ਉੱਥੋਂ ਦੇ ਇੱਕ ਐਕਟਿਵਿਸਟ ਸਰਦਾਰ ਅਵਤਾਰ ਸਿੰਘ ਜੀ ਗਿੱਲ ਪਾਸੋਂ ਕਿ ਅਸਲ ਦੇ ਵਿੱਚ ਇਹ ਜਿਹੜਾ ਪ੍ਰਾਪਤੀ ਹੈ ਇਹ ਕਿਵੇਂ ਹੋਈ ਜੀ। ਹਾਂਜੀ ਗਿੱਲ ਸਾਹਿਬ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਤੇ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਜੀ, ਤੁਸੀਂ ਇਹ ਜਾਣਕਾਰੀ ਸੰਗਤਾਂ ਦੇ ਰੂਬਰੂ ਕਰਾ ਰਹੇ ਹੋ। ਹਾਂਜੀ, ਤੁਸੀਂ ਸਾਨੂੰ ਇਹ ਦੱਸੋਗੇ ਵੀ ਜਿਹੜਾ ਸੰਤ ਤੇਜਾ ਸਿੰਘ ਡੇ ਮਨਾਇਆ ਜਾਇਆ ਕਰੇਗਾ 1 ਜੁਲਾਈ ਨੂੰ, ਇਹ ਹੈ ਕੀ ਹੈ ਜੀ? ਇਹਦੀ ਜਾਣਕਾਰੀ ਦਿਓਗੇ ਪਲੀਜ਼। ਹਾਂਜੀ, ਇਹ ਇਸੇ ਸਾਲ ਜੁਲਾਈ 1 2021 ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਨੇ ਪ੍ਰੋਕਲਾਮੇਸ਼ਨ ਦਿੱਤੀ ਆ, ਪ੍ਰੋਕਲੇਮ ਕੀਤਾ ਕਿ ਜਿਹੜਾ ਜੁਲਾਈ 1 ਟੂ ਬੀ ਨੋਨ ਐਜ਼ ਸੰਤ ਤੇਜਾ ਸਿੰਘ ਡੇ। ਉਹਦੇ ਲਈ ਉਹਨਾਂ ਨੇ ਅਫੀਸ਼ੀਅਲ ਤੌਰ 'ਤੇ ਸਾਡੇ ਲੈਫਟੀਨੈਂਟ ਗਵਰਨਰ ਜਨਰਲ ਅਤੇ ਨਾਲ ਸਾਡੇ ਅਟੋਰਨੀ ਜਨਰਲ ਨੇ ਉਹਨਾਂ ਦੇ ਦਸਤਖਤਾਂ ਹੇਠ ਇਹ ਜਾਰੀ ਹੋਇਆ, ਜਿਹੜਾ ਅੱਜ ਹੀ ਅਸੀਂ ਰਿਸੀਵ ਵੀ ਕੀਤਾ ਅਟੋਰਨੀ ਜਨਰਲ ਦੇ ਆਫਿਸ ਤੋਂ। ਅਤੇ ਉਹਦਾ ਮਤਲਬ ਇਹ ਹੈਗਾ ਹੈ ਕਿ ਉਹਨਾਂ ਨੇ ਇੱਕ ਰੈਕੋਗਨੀਸ਼ਨ ਕੀਤੀ ਹੈ ਕਿ ਜਿਹੜੀ ਸੰਤ ਤੇਜਾ ਸਿੰਘ ਜੀ ਦੀ ਦੇਣ ਹੈ ਇਸ ਮੁਲਕ ਦੇ ਲਈ, ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲਈ ਜਾਂ ਭਾਰਤੀ ਭਾਈਚਾਰੇ ਦੇ ਲਈ, ਅਰਲੀ 1900 ਵਿੱਚ ਉਹਨਾਂ ਕੀਤੇ ਹੋਏ ਕੰਮਾਂ ਨੂੰ, ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ, ਜਿਹੜੇ ਕਿ ਬਹੁਤ ਛੁਪੇ ਹੋਏ ਨੇ, ਬਹੁਤ ਘੱਟ ਲੋਕ ਜਾਣਦੇ ਨੇ, ਉਸ ਚੀਜ਼ ਨੂੰ ਰੈਕੋਗਨਾਈਜ਼ ਕਰਦਿਆਂ ਗੌਰਮੈਂਟ ਨੇ ਇਹ ਜਿਹੜਾ ਡਿਕਲੇਅਰ ਕੀਤਾ
ਜੁਲਾਈ ਪਹਿਲੀ ਸੰਤ ਤੇਜਾ ਸਿੰਘ ਡੇ, ਅਤੇ ਮੈਂ ਇਸ ਦੇ ਉੱਤੇ ਸਾਰੀ ਆਪਣੀ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਾ, ਕਿਉਂਕਿ ਇਹ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਤੁਸੀਂ ਦੱਸ ਸਕਦੇ ਹੋ ਨੈਚੁਰਲੀ ਜਦੋਂ ਤੁਸੀਂ ਕਿਸੇ ਅਜਿਹੀ ਅਸੀਂ ਪ੍ਰਾਪਤੀ ਦੀ ਗੱਲ ਕਰਦੇ ਹਾਂ, ਇਸ ਦੇ ਬੈਕਗਰਾਉਂਡ ਕਾਫੀ ਲੰਬੀ ਹੋਇਆ ਕਰਦੀ ਆ, ਵੀ ਨੈਚੁਰਲੀ ਵੀ ਤੁਸੀਂ ਸਰਕਾਰ ਤੱਕ ਪਹੁੰਚ ਕੀਤੀ ਹੋਣੀ, ਕੋਈ ਸੰਸਥਾ ਦਾ ਨਾਮ ਜਾਂ ਕਿਸੇ ਖਾਸ ਸ਼ਖਸੀਅਤ ਦਾ ਨਾਮ ਜਿਸ ਨੇ ਇਸ ਨੂੰ ਆਰੰਭ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੋਵੇ? ਹਰਪਾਲ ਸਿੰਘ, ਕਿਉਂਕਿ ਇੱਕ ਸਦੀ ਤੋਂ ਉੱਤੇ ਹੋ ਗਿਆ ਜਦੋਂ ਸੰਤ ਤੇਜਾ ਸਿੰਘ ਜੀ ਇੱਥੇ ਆਏ, 1900 ਦੇ ਵਿੱਚ, 1906 ਦੇ ਵਿੱਚ ਉਹ ਪਹਿਲਾਂ ਆਏ ਸੀ, ਅਤੇ ਉਸ ਤੋਂ ਬਾਅਦ ਫਿਰ ਉਹ ਦੁਬਾਰਾ ਵੀ ਆਏ 1950s ਦੇ ਵਿੱਚ। ਉਹ ਵੀ ਇੱਕ ਬਹੁਤ ਵੱਡਾ ਗੈਪ ਹੋ ਗਿਆ ਸੀ। ਉਦੋਂ ਵੀ ਆਪਣੀ ਪਹਿਲਾਂ ਤਾਂ ਆਬਾਦੀ ਬਹੁਤ ਘੱਟ ਸੀ, 50ਵਿਆਂ ਦੇ ਵਿੱਚ ਵੀ ਥੋੜ੍ਹੀ ਸੀ, ਅਤੇ ਫਿਰ 80ਵਿਆਂ ਤੋਂ ਆ ਕੇ ਸਾਡੀ ਜਿਹੜੀ ਆਬਾਦੀ ਹੈ ਉਹ ਕਾਫੀ ਵਧਣੀ ਸ਼ੁਰੂ ਹੋ ਗਈ। ਪਰ ਉਹਦੇ ਨਾਲ ਨਾਲ ਫਿਰ ਵੀ ਲੋਕਾਂ ਨੂੰ ਬਹੁਤਾ ਪਤਾ ਨਹੀਂ ਸੀ। ਇਹ ਦਰਅਸਲ ਅਸੀਂ 2006 ਵਿੱਚ ਇੱਥੇ 100 ਸਾਲਾ 100 year of ਸਿੱਖਸ ਸੈਲੀਬ੍ਰੇਸ਼ਨ ਕੀਤੀ ਸੀਗੀ, ਅਤੇ ਉਦੋਂ ਜਦੋਂ ਇਹ ਸਾਰੀ ਕੋਖ ਕੀਤੀ ਗਈ ਕਿ ਕਿੰਨਾ ਕਿੰਨਾ ਸ਼ਖਸੀਅਤਾਂ ਦਾ ਇਹਦੇ ਵਿੱਚ ਯੋਗਦਾਨ ਸੀਗਾ, ਅਤੇ ਉਦੋਂ ਬਾਬਾ ਤੇਜਾ ਸਿੰਘ ਜੀ ਹੋਣਾ ਦਾ ਨਾਮ ਬਹੁਤ ਉੱਭਰ ਕੇ ਸਾਹਮਣੇ ਆਇਆ ਕਿ ਵੀ ਇਹਨਾਂ ਦੀ ਬਹੁਤ ਵੱਡੀ ਜਿਹੜੀ ਦੇਣ ਹੈ, ਬਹੁਤ ਵੱਡਾ ਸੈਕਰੀਫਾਈਸ ਹੈ ਇੱਥੇ ਸਾਨੂੰ ਵਸਾਉਣ ਦੇ ਵਿੱਚ। ਸੋ ਉਸ ਵੇਲੇ ਅਸੀਂ ਸੈਮੀਨਾਰ ਕਰਵਾਏ, ਹੋਰ ਸਾਰੇ ਪ੍ਰੋਗਰਾਮ ਕੀਤੇ, ਅਤੇ ਉਸ ਵੇਲੇ ਅਸੀਂ ਡਾਕਟਰ ਖੇਮ ਸਿੰਘ ਜੀ ਗਿੱਲ ਉਹਨਾਂ ਨੂੰ ਇੱਥੇ ਬੁਲਾਇਆ, ਕਿਉਂਕਿ ਉਹਨਾਂ ਨੇ ਬਾਬਾ ਤੇਜਾ ਸਿੰਘ ਦੀ ਸੰਗਤ ਕੀਤੀ ਆ, ਉਹਨਾਂ ਦੇ ਨਾਲ ਵਿਚਰੇ ਨੇ, ਅਤੇ ਉਹਨਾਂ ਤੋਂ ਸਾਨੂੰ ਕਾਫੀ ਜਾਣਕਾਰੀ ਉਹਨਾਂ ਬਾਰੇ ਮਿਲੀ। ਅਤੇ ਫਿਰ ਅਸੀਂ ਉਹਨਾਂ ਨੂੰ ਇੱਕ ਬੁੱਕ ਲਿਖਣ ਲਈ ਵੀ ਇੱਥੋਂ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਬੇਨਤੀ ਕੀਤੀ ਕਿ ਤੁਸੀਂ ਇੱਕ ਬੁੱਕ ਲਿਖੋ ਬਾਬਾ ਤੇਜਾ ਸਿੰਘ ਦੀ ਬਾਰੇ, ਜਿਹੜੀ ਉਹਨਾਂ ਨੇ ਬੜੀ ਵਿਸਤਾਰਕ ਇੱਕ ਬੁੱਕ ਲਿਖੀ ਹੈ। ਅਤੇ ਫਿਰ ਉਹਨਾਂ ਦਾ ਹੀ ਇਹ ਇਨੀਸ਼ੀਏਟਿਵ ਸੀ ਕਿ ਤੁਸੀਂ ਇਸ ਚੀਜ਼ ਨੂੰ ਗੌਰਮੈਂਟ ਲੈਵਲ 'ਤੇ ਵੀ ਅਪਰੋਚ ਕੀਤਾ ਜਾਵੇ। ਸੋ ਉਹ ਅਪਰੋਚ ਕਰਵਾਇਆ, ਅਤੇ ਉਹ ਅੱਜ ਇਹ ਜਿਹੜਾ ਫਲ ਹੈ ਲੱਗਿਆ, ਇਹਦੇ ਵਿੱਚ ਸਾਡੇ ਜਿਹੜੇ ਇੱਥੋਂ ਦੇ ਹੈਗੇ ਨੇ ਸਾਰੇ ਆਪਣਾ ਅਕਾਲ ਅਕੈਡਮੀ ਸਰੀ, ਅਤੇ ਹੋਰ ਸਾਰੇ ਵਲੰਟੀਅਰ ਸੇਵਾਦਾਰ ਜਿੰਨੇ ਨੇ, ਅਤੇ ਨਾਲ ਸਾਡੇ ਜਿਹੜੇ MLA ਰਚਨਾ ਸਿੰਘ ਅਤੇ ਗੁਰਪ੍ਰੀਤ ਸਿੰਘ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਅਤੇ ਇਹ ਸਾਰੀ ਕਮਿਊਨਿਟੀ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ, ਜਿਹਦੇ ਤਹਿਤ ਇਹ ਕਾਰਜ ਹੋਇਆ, ਅਤੇ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਗੌਰਮੈਂਟ ਦਾ, ਜਿਹਦੇ ਨਾਲ ਮੈਂ ਮਹਿਸੂਸ ਕਰਦਾ ਕਿ ਸਿੱਖ ਕੌਮ ਦਾ ਜਿਹੜਾ ਮਾਣ ਹੈ ਬਹੁਤ ਉੱਚਾ। ਤੁਸੀਂ ਸੰਤ ਤੇਜਾ ਸਿੰਘ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਕਿ 1906 ਦੇ ਵਿੱਚ ਉਹ ਇੱਥੇ ਆਏ ਸੀ, ਤੇ ਉਹਨਾਂ ਨੇ ਸਾਡੇ ਵਾਸਤੇ ਬਹੁਤ ਵੱਡੇ ਕੰਮ ਕੀਤੇ, ਉਦਮ ਉਪਰਾਲੇ ਕੀਤੇ। ਤੁਸੀਂ ਕੁਝ ਦੱਸ ਸਕਦੇ ਹੋ ਕਿਹੜੇ ਕਿਹੜੇ ਉਦਮ ਉਪਰਾਲੇ ਉਸ ਸਮੇਂ ਦੌਰਾਨ ਕੀਤੇ ਗਏ ਸੀ? ਹਾਂਜੀ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਸਟੂਡੈਂਟ ਅੱਜ ਕੈਨੇਡਾ ਦੇ ਵਿੱਚ ਬਹੁਤ ਆ ਰਹੇ ਆ, ਉਹ ਵੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਆਸ਼ੇ ਅਨੁਸਾਰ ਸੰਤਾਂ ਨੇ ਉਹਨਾਂ ਨੂੰ ਭੇਜਿਆ ਸੀ ਕਿ ਤੁਸੀਂ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ, ਪੱਛਮੀ ਦੇਸ਼ਾਂ ਦੇ ਵਿੱਚ ਜਾ ਕੇ ਵਿੱਦਿਆ ਲੈ ਕੇ ਆਓ ਕਿ ਇਹ ਲੋਕ ਕਿਸ ਤਰੀਕੇ ਨਾਲ ਸਕਸੈਸਫੁਲ ਹਨ, ਕਿਉਂਕਿ ਬ੍ਰਿਟਿਸ਼ ਉਦੋਂ ਸਾਰੇ ਰਾਜ ਕਰ ਰਿਹਾ ਸੀਗਾ। ਸੋ ਉਹਦੇ ਤਹਿਤ 1906 'ਚ ਸਭ ਤੋਂ ਪਹਿਲਾਂ ਸੰਤ ਤੇਜਾ ਸਿੰਘ ਜੀ ਇੰਗਲੈਂਡ ਆਏ, ਉੱਥੇ ਆ ਕੇ ਪੜ੍ਹਨਾ ਸ਼ੁਰੂ ਕੀਤਾ ਉਹਨਾਂ ਨੇ ਕੋਲੰਬੀਆ ਕਾਲਜ ਦੇ ਵਿੱਚ। ਤਾਂ ਉੱਥੇ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਪੜ੍ਹਨਾ ਹੈ ਤਾਂ ਤੁਸੀਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹੋ। ਪਹਿਲੇ ਸਿੱਖ ਵਿਦਿਆਰਥੀ, ਕਿਉਂਕਿ ਉੱਥੇ ਪੱਗ ਨਾਲ ਪੜ੍ਹਿਆ ਨਹੀਂ ਸੀ ਜਾ ਸਕਦਾ, ਉੱਥੇ ਹੈਟ ਅਤੇ ਗਾਊਨ ਪਾਉਣਾ ਪੈਂਦਾ ਸੀ। ਸੋ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ। ਪਹਿਲੇ ਸਿੱਖ ਅੰਮ੍ਰਿਤਧਾਰੀ ਸਿੱਖ ਟੂ ਐਂਟਰ ਦਾ ਕੈਂਬਰਿਜ ਯੂਨੀਵਰਸਿਟੀ ਵਿਦ ਦਸਤਾਰ ਉਹ ਹੋਏ। ਹਾਂਜੀ, ਉਸ ਤੋਂ ਬਾਅਦ ਫਿਰ ਉਹ ਅਮਰੀਕਾ ਵਿੱਚ ਪੜ੍ਹਨ ਵਾਸਤੇ ਚਲੇ ਗਏ। ਅਮਰੀਕਾ ਪੜ੍ਹਦਿਆਂ ਉਸ ਵੇਲੇ ਸਾਡੇ ਕੈਨੇਡਾ ਦੇ ਵਿੱਚ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਕਾਫੀ ਲੋਕ ਆਉਣੇ ਸ਼ੁਰੂ ਹੋ ਗਏ ਸਨ ਰੋਜੀ ਰੋਟੀ ਦੀ ਖਾਤਰ, ਆਰਥਿਕ ਹਾਲਾਤਾਂ ਦੀ ਖਾਤਰ। ਅਤੇ ਪਰ ਇਹਨਾਂ ਨੂੰ ਜਦੋਂ ਇੱਥੇ ਇਹਨਾਂ ਦਾ ਥੋੜ੍ਹਾ ਕੰਮ ਵਧਣ ਲੱਗਾ ਤਾਂ ਗੋਰੇ ਕਾਫੀ ਨਫ਼ਰਤ ਕਰਨ ਲੱਗ ਗਏ। ਉਹ ਨਫ਼ਰਤ ਦੇ ਨਾਲ ਇਹਨਾਂ ਨੇ ਮਤਲਬ ਕਈ ਤਰ੍ਹਾਂ ਦੇ ਪਲਾਨ ਬਣਾਏ ਕਿ ਇਹਨਾਂ ਨੂੰ ਲੱਗਿਆ ਕਿ ਸਾਡੇ ਮੁਲਕ ਨੂੰ ਗੰਦਾ ਕਰ ਦੇਣਗੇ, ਗੰਦ ਪਾਉਣਗੇ। ਮੀਡੀਆ ਦੇ ਵਿੱਚ ਇਸ ਦਾ ਪ੍ਰੋਪੋਗੰਡਾ ਕੀਤਾ ਗਿਆ, ਅਤੇ ਇੱਕ ਪਲਾਨ ਬਣਾ ਲਿਆ ਗਿਆ ਕਿ ਸਿੱਖਾਂ ਨੂੰ ਹੰਡੂਰਸ, ਜੋ ਕਿ ਇੱਕ ਬੜਾ ਮਾੜਾ ਦੇਸ਼ ਹੈ, ਅੱਜ ਵੀ ਉੱਥੇ ਬਹੁਤ ਗਰੀਬੀ ਹੈ, ਅਤੇ ਉਸ ਵੇਲੇ ਯੈਲੋ ਫੀਵਰ ਵੀ ਉੱਥੇ ਫੈਲਿਆ ਹੋਇਆ ਸੀ, ਅਤੇ ਉੱਥੇ ਭੇਜਿਆ ਜਾਵੇ। ਉਸ ਪਲਾਨ ਨੂੰ ਸੰਤ ਤੇਜਾ ਸਿੰਘ ਨੇ ਨਾਕਾਮ ਕੀਤਾ। ਜੇ ਉਹ ਨਾ ਹੁੰਦਾ ਤਾਂ ਅੱਜ ਸ਼ਾਇਦ ਅਸੀਂ ਹੰਡੂਰਸ ਬੈਠੇ ਹੁੰਦੇ ਸਾਰੇ। ਉਹਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ। ਫਿਰ ਉਹਨਾਂ ਨੇ ਆ ਕੇ ਇੱਥੇ ਲਾਮਬੰਦ ਕੀਤਾ, ਅਗਵਾਈ ਕੀਤੀ। ਔਰ ਇੱਥੇ ਮੈਂ ਇਹ ਵੀ ਯਾਦ ਕਰਾ ਦਿਆਂ ਕਿ ਉਸ ਵੇਲੇ ਉਹਨਾਂ ਦੀ ਉਮਰ ਹਾਈ 20s ਦੇ ਵਿੱਚ ਸੀ, ਬਹੁਤ ਕੋਈ ਵੱਡੀ ਉਮਰ ਨਹੀਂ ਸੀ।
ਤੇ ਪਰ ਉਹਨਾਂ ਦੀ ਸੂਝ-ਬੂਝ, ਕਿਉਂਕਿ ਉਹਨਾਂ ਨੇ ਉੱਥੋਂ ਵੀ ਮਾਸਟਰਸ ਦੀ ਡਿਗਰੀ ਪਹਿਲਾਂ ਕੀਤੀ ਹੋਈ ਸੀਗੀ ਤੇ ਜਿਹੜੀ ਮਾਸਟਰਸ ਦੀ ਡਿਗਰੀ ਉਹਨਾਂ ਨੇ ਕੀਤੀ ਹੋਈ ਸੀਗੀ, ਫਿਰ ਉਹਨਾਂ ਨੇ ਲਾਅ ਕੀਤਾ ਹੋਇਆ ਸੀ, LLB ਕੀਤੀ ਹੋਈ ਸੀ, ਤੇ ਸਿਵਲ ਸਰਵਿਸਿਜ਼ ਦਾ ਐਗਜ਼ਾਮ ਵੀ ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਦੀ ਪੜ੍ਹਾਈ ਇੰਡੀਆ ਦੇ ਵਿੱਚ ਵੀ ਚੰਗੇ ਸਕੂਲਾਂ 'ਚ ਹੋਈ ਸੀ। ਉਹਨਾਂ ਦੇ ਪਿਤਾ ਜੀ ਡਾਕਟਰ ਸਨ। ਸੋ ਫਿਰ ਇੱਥੇ ਆ ਕੇ ਉਹਨਾਂ ਨੇ ਜਿਹੜਾ ਸੀਗਾ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਕੀਤੀ, ਜਿਹੜੀਆਂ ਅੱਜ ਵੀ ਖਾਲਸਾ ਦੀਵਾਨ ਸੁਸਾਇਟੀਆਂ ਕੈਨੇਡਾ ਅਮਰੀਕਾ ਦੇ ਵਿੱਚ ਮੌਜੂਦ ਹਨ। ਅਤੇ ਉਹਨਾਂ ਨੇ ਇਹਦੇ ਨਾਲ ਨਾਲ 250 ਏਕੜ ਈਗਲ ਹਾਰਬਰ ਦੇ ਵਿੱਚ ਖਰੀਦਿਆ, 250 ਏਕੜਸ। ਉਸ ਵੇਲੇ ਉਹਨਾਂ ਦਾ ਸੁਪਨਾ ਸੀ ਕਿ ਇੱਥੇ ਸਿੱਖ ਯੂਨੀਵਰਸਿਟੀ ਬਣੇ। ਅਤੇ ਨਾਲ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਸਥਾਪਿਤ ਕੀਤੀ। ਇਹ ਸਾਰੀਆਂ ਜਿੰਨੀਆਂ ਪ੍ਰਾਪਤੀਆਂ ਨੇ ਇਹ ਉਹਨਾਂ ਨੇ ਆਪਣੇ ਸਮੇਂ ਦੌਰਾਨ ਕੀਤੀਆਂ। ਹਾਂਜੀ ਬਿਲਕੁਲ, ਇਹ ਤਾਂ ਮੈਂ ਕੁਛ ਕੁ ਜ਼ਿਕਰ ਕਰ ਰਿਹਾ ਜੀ। ਮਤਲਬ ਇਹ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲੀ ਗੱਲ ਹੈ, ਕਿਉਂਕਿ ਕਹਿਣਾ ਦੱਸਣਾ ਹੋਰ ਹੈ ਅਤੇ ਇਹ ਸਾਨੂੰ ਖਿਆਲ ਕਰਨਾ ਚਾਹੀਦਾ, ਸਾਨੂੰ 100 ਸਾਲ ਪਿੱਛੇ ਜਾ ਕੇ ਦੇਖਣਾ ਚਾਹੀਦਾ ਕਿ ਉਸ ਵੇਲੇ ਕੋਈ ਸੋਸ਼ਲ ਮੀਡੀਆ, ਕੋਈ ਟੈਕਨੋਲੋਜੀ, ਕੋਈ ਅਜਿਹੇ ਸਾਧਨ ਨਹੀਂ ਸਨ। ਉਸ ਵੇਲੇ ਸਿਰਫ ਆਉਣ ਜਾਣ ਦੇ ਵੀ ਕੋਈ ਬਹੁਤ ਵੱਡੇ ਅਤੇ ਫਾਸਟ ਸਾਧਨ ਨਹੀਂ ਸਨ, ਅਤੇ ਸਿਰਫ ਇੱਕ ਅਖਬਾਰਾਂ ਹੁੰਦੀਆਂ ਸਨ, ਅਤੇ ਅਖਬਾਰਾਂ ਵੀ ਸਾਡੀਆਂ ਨਹੀਂ, ਮੇਨ ਸਟਰੀਮ ਦੀਆਂ ਅਖਬਾਰਾਂ ਸਨ, ਠੀਕ ਹੈ। ਅਤੇ ਉਹਨਾਂ ਨੇ ਥਾਂ ਥਾਂ ਜਾ ਕੇ ਇੰਨਾ ਪ੍ਰਚਾਰ ਕੀਤਾ, ਸਿੱਖਾਂ ਨੂੰ ਲਾਮਬੰਦ ਕਰਨਾ, ਇਕੱਠੇ ਕਰਨਾ। ਸਿੱਖ ਹੀ ਨਹੀਂ ਬਲਕਿ ਉਸ ਵੇਲੇ ਹਿੰਦੂ, ਮੁਸਲਮਾਨ, ਜਿੰਨਾ ਆਪਣਾ ਭਾਰਤੀ ਭਾਈਚਾਰਾ ਸੀ, ਸਾਰਿਆਂ ਨਾਲ ਨਫ਼ਰਤ ਕੀਤੀ ਜਾ ਰਹੀ ਸੀ। ਉਹਨਾਂ ਨੂੰ ਐਸਟੈਬਲਿਸ਼ ਕਰਾ ਕੇ ਸੰਤਾਂ ਨੇ ਕਿਹਾ ਕਿ ਤੁਸੀਂ ਆਪਣਾ ਭਾਈ ਇਹ ਬਣਾਓ, ਇੱਥੇ ਸੁਸਾਇਟੀਆਂ ਬਣਾਓ, ਇਸ ਤਰ੍ਹਾਂ ਕਰੋ। ਗੁਰੂ ਨਾਨਕ ਮਾਈਨਿੰਗ ਟਰੱਸਟ ਕੰਪਨੀ ਬਣਾ ਕੇ ਦਿੱਤੀ। ਅਤੇ ਫਿਰ ਗੌਰਮੈਂਟ ਨੂੰ ਦੱਸਿਆ ਕਿ ਤੁਸੀਂ ਕਹਿੰਦੇ ਹੋ ਇਹ ਬੜੇ ਮਾੜੇ ਲੋਕ ਨੇ, ਬੜੇ ਗੰਦੇ ਲੋਕ ਨੇ, ਕੋਲੇ ਕੁਛ ਨਹੀਂ, ਇਹ ਕੰਮ ਨਹੀਂ ਕਰਦੇ, ਇਹਨਾਂ ਦੇ ਕੋਲੇ ਤਾਂ ਇੰਨੀ ਪ੍ਰਾਪਰਟੀ ਹੈ, ਇਹਨਾਂ ਦੇ ਕੋਲੇ ਤਾਂ ਇਹ ਤਾਂ ਚੈਰੀਟੇਬਲ ਸੁਸਾਇਟੀਆਂ ਨੇ, ਇਹ ਤਾਂ ਭਲੇ ਦਾ ਕੰਮ ਕਰਦੇ ਆ। ਗੁਰੂ ਨਾਨਕ ਦਾ ਜਿਹੜਾ ਮਿਸ਼ਨ ਸੀ, ਉਪਦੇਸ਼ ਸੀ, ਉਹ ਉਹਨਾਂ ਨੇ ਉਹਦਾ ਛਿੱਟਾ ਇੱਥੇ ਦਿੱਤਾ। ਅਤੇ ਉਹਦੇ ਨਾਲ ਫਿਰ ਉਸ ਵੇਲੇ ਜਿਹੜੇ ਹੋਰ ਗੁਰਸਿੱਖ ਸਨ ਬਹੁਤ ਵੇਲੇ, ਉਹ ਸਾਰੇ ਇਕੱਠੇ ਹੋ ਇੱਕ ਬਹੁਤ ਵੱਡਾ ਕਾਫਲਾ ਬਣਿਆ। ਅਤੇ ਫਿਰ ਇੱਥੇ ਹੀ ਬਸ ਨਹੀਂ ਕਿ ਉਹਨਾਂ ਨੇ ਜਿਹੜਾ ਜਿੱਥੇ ਧਾਰਮਿਕ ਇਹ ਕੀਤਾ, ਸਮਾਜਿਕ ਤੌਰ 'ਤੇ ਕੀਤਾ, ਪੋਲੀਟੀਕਲ ਤੌਰ 'ਤੇ, ਕਿਉਂਕਿ ਸਾਨੂੰ ਵੋਟ ਦਾ ਵੀ ਹੱਕ ਨਹੀਂ ਸੀ ਕੈਨੇਡਾ ਦੇ ਵਿੱਚ ਉਸ ਵੇਲੇ। ਅਤੇ ਸਾਰਾ ਹੁਣ ਅੱਜ ਤੁਸੀਂ ਦੇਖੋ ਸਾਡੇ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਮੰਤਰੀ ਸਾਹਿਬਾਨ, ਭਾਵੇਂ ਉਹ ਸੂਬੇ ਲੈਵਲ ਦੀਆਂ ਸਰਕਾਰਾਂ ਨੇ, ਭਾਵੇਂ ਉਹ ਫੈਡਰਲ ਲੈਵਲ ਦੀਆਂ ਸਰਕਾਰਾਂ ਨੇ ਜਾਂ ਮਿਊਨਸੀਪਲ ਲੈਵਲ ਦੀਆਂ ਸਰਕਾਰਾਂ ਨੇ, ਉੱਥੇ ਸਾਡੇ ਲੋਕ ਬੜੀ ਸ਼ਾਨ ਨਾਲ ਉਸੇ ਹੀ ਬੈਠੇ ਹੈਗੇ ਨੇ ਜਿੱਥੇ ਵਾਈਟ ਕੈਨੇਡਾ ਕਿਹਾ ਜਾਂਦਾ ਸੀ, ਅਤੇ ਸਾਡੇ ਖਿਲਾਫ ਮਤੇ ਪਾਸ ਕੀਤੇ ਜਾਂਦੇ ਸੀ। ਅੱਜ ਉਹਨਾਂ ਹੀ ਲੈਜਿਸਲੇਸ਼ਨ ਦੇ ਵਿੱਚ ਉਹਨਾਂ ਨੂੰ ਸਨਮਾਨ ਮਿਲ ਰਿਹਾ। ਔਰ ਅੱਜ ਵੀ ਆਪਾਂ ਦੇਖ ਰਹੇ ਹਾਂ, ਹੁਣ ਤਾਜ਼ਾ ਤੁਸੀਂ ਮੀਡੀਆ ਦੇ ਵਿੱਚ ਹੋ ਕਿ ਇੰਡੀਜਨਸ ਭਾਈਚਾਰੇ ਦੇ ਨਾਲ ਕੀ ਹੋਇਆ, ਕਿੰਨਾ ਅਨਿਆਂ ਉਹਨਾਂ ਨਾਲ ਹੋਇਆ, ਉਹਨਾਂ ਦੇ ਬੱਚਿਆਂ ਨਾਲ ਹੋਇਆ, ਜਿਹੜੀਆਂ ਅਨਮਾਰਕਡ ਗ੍ਰੇਵਸ ਕੈਨੇਡਾ ਦੇ ਵਿੱਚ ਮਿਲ ਰਹੀਆਂ ਨੇ ਪਿਛਲੇ 1 ਮਹੀਨੇ ਤੋਂ। ਅਤੇ ਇਹ ਵਿਤਕਰਾ ਸਾਡੇ ਨਾਲ ਵੀ ਬਹੁਤ ਹੋ ਰਿਹਾ ਸੀ, ਅਤੇ ਉਹਨਾਂ ਨੇ ਇਹ ਸਾਡੀ ਜਿਹੜੀ ਬਾਂਹ ਫੜੀ ਅਤੇ ਇਹ ਸਾਰਾ ਜਿਹੜਾ ਕਾਰਜ ਕੀਤਾ। ਤੁਸੀਂ ਦੱਸਿਆ ਵੀ ਉਹ ਲਾਅ ਕੀਤਾ ਹੋਇਆ ਸੀ। ਮੈਂ ਜਿਹੜਾ ਉਹਨਾਂ ਨੂੰ ਇੱਕ ਲੈਟਰ ਇਸ਼ੂ ਹੈ, ਉਹਦੇ ਵਿੱਚ ਸ਼ਬਦ ਆਇਆ ਐਡਵੋਕੇਟ। ਨੈਚੁਰਲੀ ਵੀ ਉਹ ਪੜ੍ਹੇ ਲਿਖੇ ਸੰਤ ਸਨ, ਅਤੇ ਉਹਨਾਂ ਵੱਲੋਂ ਜਿਹੜੇ ਕਾਰਜ ਕੀਤੇ ਕਿ ਜਿੱਥੇ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ, ਇਹ ਵੀ ਪਤਾ ਲੱਗਿਆ ਵੀ ਉਹਨਾਂ ਵੱਲੋਂ ਅਮਰੀਕਾ ਦੇ ਵਿੱਚ ਵੀ ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ, ਉਹਦੇ ਵਿੱਚ ਵੀ ਉਹਨਾਂ ਦਾ ਅਹਿਮ ਯੋਗਦਾਨ ਸੀ। ਹਾਂਜੀ ਬਿਲਕੁਲ। USA ਦਾ ਪਹਿਲਾ ਗੁਰਦੁਆਰਾ ਜਿਹੜਾ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਅੱਜ ਵੀ ਮੌਜੂਦ ਹੈ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਉਹਨੂੰ ਸਭ ਤੋਂ ਪਹਿਲਾਂ ਬਣਾਉਣ ਵਿੱਚ ਇਹਨਾਂ ਦਾ ਸੰਤ ਬਾਬਾ ਵਿਸਾਖਾ ਸਿੰਘ ਜੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਨਾਲ ਮਿਲ ਕੇ ਉਹ ਗੁਰਦੁਆਰਾ ਉੱਥੇ ਬਣਾਇਆ ਗਿਆ। ਉਹਦੇ ਇਨਫੈਕਟ ਕਿ ਬਹੁਤ ਇਹ ਆਪ ਪਿੱਛੇ ਰਹਿੰਦੇ ਸਨ, ਪਰ ਉਸ ਸਥਾਨ ਦਾ ਇਹਨਾਂ ਨੂੰ ਪਹਿਲੇ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ। ਅਤੇ ਜਿਹੜੇ ਉਹਦੇ ਬਾਏ ਲਾਸ ਨੇ ਤੁਹਾਡੇ ਸੈਕਰਾਮੈਂਟੋ ਦੇ ਆਰਕਾਈਵਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅੱਜ ਵੀ ਮੌਜੂਦ ਨੇ, ਉਹ ਮੇਰੇ ਕੋਲ ਵੀ ਉਹਨਾਂ ਦੀ ਕਾਪੀ ਆ। ਉਹ ਇਹਨਾਂ ਦੇ ਦਸਤਖਤਾਂ ਹੇਠ ਸਾਰੇ ਕੀਤੇ ਗਏ ਨੇ, ਇਹਨਾਂ ਦੇ ਡਰਾਫਟ ਕੀਤੇ ਗਏ ਹਨ। ਇੰਗਲੈਂਡ ਦਾ ਪਹਿਲਾ ਗੁਰਦੁਆਰਾ ਉਹ ਵੀ ਇਹਨਾਂ ਨੇ ਬਣਾਇਆ ਲੰਡਨ ਸ਼ੈਫਰਡ ਬੁਸ਼ ਦੇ ਵਿੱਚ। ਕੈਨੇਡਾ ਦੀ ਪਹਿਲੀ ਖਾਲਸਾ ਦੀਵਾਨ ਸੁਸਾਇਟੀ, ਉਸ ਦਾ ਸੰਵਿਧਾਨ, ਉਸ 'ਤੇ ਜਿਹੜਾ ਸਾਰਾ ਕੁਛ ਆ ਉਹ ਇਹਨਾਂ ਨੇ ਬਣਾਇਆ। ਫਿਰ ਇੱਥੇ ਬਸ ਨਹੀਂ, ਅੱਜ ਅਸੀਂ ਬਹੁਤ ਵੱਡੇ ਵੱਡੇ ਨਗਰ ਕੀਰਤਨ, ਬਹੁਤ ਵੱਡੇ ਵੱਡੇ ਸਮਾਗਮ ਇੱਥੇ ਕਰਦੇ ਹਾਂ। ਪਹਿਲਾ ਨਗਰ ਕੀਰਤਨ ਕੈਨੇਡਾ ਦੇ ਵਿੱਚ ਵਿਕਟੋਰੀਆ BC ਦੇ ਵਿੱਚ ਇਹਨਾਂ ਨੇ ਕੱਢਿਆ, ਉਹਦੀ ਅਗਵਾਈ ਕੀਤੀ, ਅਤੇ ਉਸ ਵੇਲੇ 5000 ਦੇ ਕਰੀਬ ਉਹਦੇ ਵਿੱਚ ਗਿਣਤੀ ਹੈ ਜਿਹੜੀ ਸਾਡੇ ਅਖਬਾਰਾਂ ਦੇ ਵਿੱਚ ਰਿਕਾਰਡਡ ਹੈ, ਦਰਜ ਹੈ। ਅਤੇ ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ 1910 ਦੀ ਗੱਲ ਹੈ ਜੀ।
ਜਦੋਂ ਵਿਕਟੋਰੀਆ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਬਣੀ, ਉੱਥੇ ਉਹਦੇ ਉਦਘਾਟਨ ਸਮੇਂ ਇਹ ਜਿਹੜਾ ਨਗਰ ਕੀਰਤਨ ਕੀਤਾ ਗਿਆ, ਜਿਹਦੇ ਵਿੱਚ ਸੰਤ ਆਪ ਘੋੜੇ 'ਤੇ ਵੀ ਸਵਾਰ ਹੋਏ ਅਤੇ ਬੜੀ ਉੱਚੀ ਆਵਾਜ਼ ਵਿੱਚ ਉਹਨਾਂ ਨੇ, ਅਤੇ ਇਹਦੇ ਵਿੱਚ ਅਖਬਾਰ ਦੇ ਵਿੱਚ ਇਹ ਲਿਖਿਆ ਵੀ ਅੱਧ ਤੋਂ ਜ਼ਿਆਦਾ ਲੋਕ ਗੋਰੇ ਸਨ, ਕਿਉਂਕਿ ਗੋਰੇ ਗੋਰੀਆਂ ਉਹਨਾਂ ਨੂੰ ਬਹੁਤ ਫਾਲੋ ਕਰਨ ਲੱਗ ਗਏ ਸਨ। ਇਸ ਵੇਲੇ ਨਾਮ ਬਾਣੀ ਜਪਣ ਲੱਗ ਸਨ। ਕਈ ਗੋਰਿਆਂ ਨੇ ਅੰਮ੍ਰਿਤ ਛਕ ਲਿਆ ਸੀਗਾ। ਉਹਨਾਂ ਦਾ ਜੀਵਨ ਇੰਨਾ ਉੱਚਾ ਸੀ। ਅਤੇ ਫਿਰ ਉਹਨਾਂ ਨੇ ਇੱਥੋਂ ਲੈ ਕੇ ਸਾਰੇ ਇੱਕ ਵਾਰ ਨਹੀਂ ਕਈ ਵਾਰ ਆਪਣੇ ਕੈਨੇਡਾ ਤੋਂ ਚੱਲ ਕੇ ਪੋਰਟਲੈਂਡ, ਓਰੇਗਨ, ਕੈਲੀਫੋਰਨੀਆ ਸਾਰੇ ਪ੍ਰਚਾਰ ਦੇ ਦੌਰੇ, ਅੰਮ੍ਰਿਤ ਸੰਚਾਰ ਦੇ ਦੌਰੇ, ਇਹ ਸਾਰੇ ਕਾਰਜ ਕੀਤੇ। ਨਾਲ ਆਪਣੀ ਪੜ੍ਹਾਈ ਵੀ ਕੀਤੀ। ਫਿਰ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਸੀਗੀ ਕਿ ਜਿਹੜੇ ਲੋਕ ਆ ਜਾਂਦੇ ਸਨ ਉਹਨਾਂ ਨੂੰ ਕੁਛ ਟਾਈਮ ਬਾਅਦ ਰਹਿਣ ਦਾ ਹੱਕ ਮਿਲ ਜਾਂਦਾ ਸੀਗਾ, ਵੋਟ ਦਾ ਹੱਕ ਨਹੀਂ ਸੀ, ਪਰ ਆਪਣੇ ਪਰਿਵਾਰ ਲਿਆਉਣ ਦਾ ਹੱਕ ਨਹੀਂ ਸੀ ਦਿੱਤਾ ਗਿਆ। ਫਿਰ ਉਹਨਾਂ ਨੇ ਉਹਦੇ ਲਈ ਘਾਲਣਾ ਕੀਤੀ, ਉਹਦੇ ਲਈ ਇਕੱਠੇ ਹੋ ਕੇ ਫਿਰ ਲਾਮਬੰਦ ਹੋਏ, ਓਟਾਵਾ ਦੇ ਵਿੱਚ ਡੈਪੂਟੇਸ਼ਨ ਲੈ ਕੇ ਗਏ, ਉੱਥੇ ਉਹਦੀ ਲੜਾਈ ਲੜੀ। ਸੋ ਉਹਨਾਂ ਨੇ ਬੜਾ ਵੱਡਾ ਇੱਕ ਰੋਲ ਪਲੇ ਕੀਤਾ। ਪਰ ਅਨਫੋਰਚੂਨੇਟਲੀ ਇਹਦੇ ਬਾਰੇ ਅੱਜ ਅਸੀਂ ਬਹੁਤ ਬੁਲੰਦੀਆਂ 'ਤੇ ਸਿੱਖ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਆ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਪੋਲੀਟੀਕਲ ਤੌਰ 'ਤੇ, ਪਰ ਉਹਨਾਂ ਨੂੰ ਇਹਨਾਂ ਬਾਰੇ ਬਹੁਤ ਘੱਟ ਪਤਾ ਹੈ, ਕੋਈ ਜਾਣਕਾਰੀ ਨਹੀਂ। ਸਾਡੇ ਬੱਚਿਆਂ ਨੂੰ ਤਾਂ ਕੀ ਹੋਣੀ ਹੈ, ਜਿਹੜੇ ਸਾਡੇ ਵੱਡੇ ਨੇ ਉਹਨਾਂ ਨੂੰ ਵੀ ਇਸ ਬਾਰੇ ਪਤਾ ਨਹੀਂ। ਤੁਸੀਂ ਕੀ ਕਾਰਨ ਮੰਨਦੇ ਹੋ ਜੀ ਏਡੀ ਵੱਡੀ ਸ਼ਖਸੀਅਤ ਹੋਵੇ ਜਿਸਨੇ ਪ੍ਰਾਪਤੀਆਂ ਤੁਸੀਂ ਇੰਨੀਆਂ ਗਿਣਾ ਦਿੱਤੀਆਂ, ਪਰ ਅੱਜ ਅਸੀਂ ਉਹਨਾਂ ਨੂੰ ਚੇਤੇ ਨਹੀਂ ਰੱਖ ਸਕੇ? ਸਾਡੇ ਜਿਹਨ ਦੇ ਵਿੱਚ, ਸਾਡੀ ਸੁਰਤ ਦੇ ਵਿੱਚ ਨਾਮ ਨਹੀਂ ਜਿੰਨਾ ਗੂੰਜਣਾ ਚਾਹੀਦਾ ਸੀ। ਕੀ ਕਾਰਨ ਮੰਨਦੇ ਹੋ ਵੀ ਅਸੀਂ ਉਹਨਾਂ ਦੇ ਨਾਮ ਨੂੰ, ਜਾਂ ਅੱਜ ਖਾਸ ਕਰਕੇ ਜਦੋਂ ਵਿਦਿਆਰਥੀ, ਕਿਉਂਕਿ ਤੁਸੀਂ ਦੱਸਿਆ ਵੀ ਵਿਦਿਆਰਥੀ ਇੱਥੇ ਉਹ ਪਹਿਲੇ ਵਿਦਿਆਰਥੀ ਆਏ ਸਨ, ਤੇ ਅੱਜ ਦੇ ਵਿਦਿਆਰਥੀਆਂ ਤੱਕ ਇਹ ਮੈਸੇਜ ਕਿਉਂ ਨਹੀਂ ਪਹੁੰਚ ਸਕਿਆ? ਇਸ ਦਾ ਪੂਰਾ ਉੱਤਰ ਤੇ ਮੇਰੇ ਕੋਲ ਨਹੀਂ ਹੈ ਜੀ, ਪਰ ਇਹ ਅੱਜ ਆਪਾਂ ਨੂੰ ਸੋਚਣ ਦੀ ਲੋੜ ਆ। ਅਸੀਂ ਪਿੱਛੇ ਜਦੋਂ ਕੋਈ ਇੱਥੇ ਵਿਦਿਆਰਥੀਆਂ ਲਈ ਵੀ ਕਾਫੀ ਰੌਲਾ ਰੱਪਾ ਪਿਆ ਪਿਛਲੇ ਕੁਛ ਸਾਲਾਂ ਦੇ ਵਿੱਚ, ਅਤੇ ਉਹਨਾਂ ਲਈ ਵੀ ਕੁਛ ਪ੍ਰੋਗਰਾਮ ਕੀਤੇ, ਉਹਨਾਂ ਦੀ ਹੈਲਪ ਕੀਤੀ। ਕੁਛ ਲੋਕ ਵਿਦਿਆਰਥੀਆਂ ਦੇ ਖਿਲਾਫ ਇੱਥੇ ਹੋ ਗਏ ਸਨ ਕਿ ਵਿਦਿਆਰਥੀ ਆ ਕੇ ਇੱਥੇ ਗੰਦ ਪਾ ਰਹੇ ਨੇ, ਇਹ ਕਰ ਰਹੇ ਨੇ। ਉਸ ਵੇਲੇ ਅਸੀਂ ਇੱਥੇ ਇੱਕ ਉਪਰਾਲਾ ਕੀਤਾ ਰਲ ਕੇ ਕਿ ਸਾਡੇ ਹੀ ਬੱਚੇ ਨੇ, ਜੇ ਅਸੀਂ ਅੱਜ ਇਹਨਾਂ ਨੂੰ ਇਸ ਤਰ੍ਹਾਂ ਕਹਿ ਰਹੇ ਹਾਂ ਤਾਂ ਕੱਲ੍ਹ ਜਦੋਂ ਅਸੀਂ ਇੱਥੇ ਆਏ ਸੀ ਤਾਂ ਸਾਨੂੰ ਗੋਰੇ ਲੋਕ ਕਹਿ ਰਹੇ ਸੀ। ਇਹ ਸੇਮ ਹੀ ਡਿਸਕ੍ਰਿਮੀਨੇਸ਼ਨ ਅਸੀਂ ਕਰ ਰਹੇ ਹਾਂ। ਅਤੇ ਉਸ ਵੇਲੇ ਅਸੀਂ ਇਹਨਾਂ ਦੀ ਐਗਜ਼ਾਮਪਲ ਬੱਚਿਆਂ ਨੂੰ ਦਿੱਤੀ ਕਿ ਉਹ ਆਏ, ਉਹਨਾਂ ਨੇ ਕਿਸ ਤਰ੍ਹਾਂ ਰੋਲ ਮਾਡਲ ਪਲੇ ਕੀਤਾ ਅਤੇ ਤੁਸੀਂ ਕੀ ਕਰ ਸਕਦੇ ਹੋ, ਤੁਹਾਡਾ ਕਿੰਨਾ ਪੋਟੈਂਸ਼ੀਅਲ ਹੈ। ਅਤੇ ਇਹ ਸਾਨੂੰ ਸੇਧ ਲੈਣੀ ਚਾਹੀਦੀ ਹੈ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਵੀ ਕਿਉਂ ਨਹੀਂ ਹੋਇਆ, ਕਿਉਂਕਿ ਅਸੀਂ ਬੜੇ ਕਿਰਤਕਾਨ, ਅਸੀਂ ਛੇਤੀ ਭੁੱਲ ਜਾਂਦੇ ਬਹੁਤ ਕੀਤੇ ਨੂੰ। ਕਿਉਂਕਿ ਮੇਰੇ ਵਰਗਾ ਇਹੀ ਸੋਚਦਾ ਜੇ ਅੱਜ ਮੈਂ ਇੱਥੇ ਆ ਗਿਆ ਅਤੇ ਮੈਂ ਹੀ ਪਤਾ ਨਹੀਂ ਕਿੱਥੇ ਐਸਟੈਬਲਿਸ਼ ਹੋ ਗਿਆ, ਅਤੇ ਇਹ ਜਿਹੜੀਆਂ ਘਾਲਨਾਵਾਂ ਨੇ, ਕਮਾਈਆਂ ਨੇ, ਅਸੀਂ ਉਹਨਾਂ ਦੀ ਬਦੌਲਤ ਹੀ ਖਾ ਰਹੇ ਹਾਂ। ਸਾਨੂੰ ਯਾਦ ਰੱਖਣੀਆਂ ਚਾਹੀਦੀਆਂ। ਸਾਡੇ ਬੱਚਿਆਂ ਨੂੰ ਸਾਨੂੰ ਦੱਸਣਾ ਚਾਹੀਦਾ, ਇਹ ਆਉਣ ਵਾਲੀ ਪਨੀਰੀ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਦੀ ਸੋਚ ਅੱਜ ਤੋਂ 100 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ। ਉਹਨਾਂ ਨੇ 250 ਏਕੜ ਜ਼ਮੀਨ ਯੂਨੀਵਰਸਿਟੀ ਲਈ ਖਰੀਦੀ ਸੀ ਕਿ ਇੱਥੇ ਯੂਨੀਵਰਸਿਟੀ ਬਣੇ, ਸਿੱਖ ਯੂਨੀਵਰਸਿਟੀ, ਬਹੁਤ ਵੱਡੇ ਟਾਪ ਲੈਵਲ ਦੀ। ਅੱਜ ਤੱਕ ਨਹੀਂ ਉਹ ਬਣ ਸਕੀ, ਭਾਵੇਂ ਅਸੀਂ ਬਹੁਤ ਬੁਲੰਦੀਆਂ 'ਤੇ ਆ। ਹਾਲਾਂਕਿ ਅਫਸੋਸ ਦੀ ਗੱਲ ਹੈ ਉਹ ਜ਼ਮੀਨ ਵੀ ਅਸੀਂ ਗਵਾ ਲਈ, ਸਾਂਭ ਨਾ ਸਕੇ। ਅਤੇ ਉਹਨਾਂ ਨੇ ਹੋਰ ਵੀ ਸਾਨੂੰ ਬਹੁਤ ਕੁਛ, ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਸੀ ਜਿਹੜੀ ਉਹ ਬਣਾਈ ਸੀ, ਉਹਦੇ ਵੀ ਸ਼ੇਅਰ ਵੇਚ ਦਿੱਤੇ ਗਏ। ਸੋ ਸਾਡੀ ਕੌਮ ਉਹਨਾਂ ਚੀਜ਼ਾਂ ਨੂੰ ਸੰਭਾਲ ਨਾ ਸਕੀ। ਜਿਹੜਾ ਉਹ 250 ਏਕੜ ਦੀ ਜ਼ਮੀਨ ਦੀ ਮੈਂ ਗੱਲ ਕਰਦਾ, ਕੋਈ ਆਮ ਜ਼ਮੀਨ ਨਹੀਂ ਵੀ ਕਿਤੇ ਖੇਤਾਂ ਦੇ ਵਿੱਚ ਜਾ ਕੇ ਲੈ ਲਿਆ ਸੀਗਾ। ਉਹ ਇੰਗਲਿਸ਼ ਬੇਸ ਸਾਡੀ ਜਿਹੜੀ ਆ ਈਗਲ ਹਾਰਬਰ ਕਹਿੰਦੇ ਨੇ, ਬ੍ਰਿਟਿਸ਼ ਪ੍ਰਾਪਰਟੀਜ਼ ਆ। ਉੱਥੇ ਮੇਰਾ ਖਿਆਲ ਸਭ ਤੋਂ ਵੱਧ ਅੱਜ ਉਹ ਮਹਿੰਗੀ ਪ੍ਰਾਪਰਟੀ ਕੈਨੇਡਾ ਦੀ ਹੈ ਮੰਨੀ ਜਾਂਦੀ ਹੈ। ਉੱਥੇ ਕਈ ਮਿਲੀਅਨ ਦੀ ਲਾਟ ਹੈ ਅੱਜ, ਜਿੱਥੇ ਸਾਡੇ ਕੋਲ 250 ਏਕੜ ਸਨ। ਤੁਸੀਂ ਦੱਸਿਆ ਵੀ ਅਸੀਂ ਉਹਨਾਂ ਬਾਰੇ ਬਹੁਤਾ ਦੱਸ ਨਹੀਂ ਸਕੇ ਜਿੰਨਾ ਦੱਸਣਾ ਚਾਹੀਦਾ ਸੀ। ਸਾਨੂੰ ਇਹ ਬਚਨ ਵੀ ਚੇਤੇ ਰੱਖਣਾ ਚਾਹੀਦਾ, ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਤੁਹਾਨੂੰ ਲੱਗਦਾ ਵੀ ਹੁਣ ਜੇ ਅਸੀਂ ਫਸਟ ਡੇ ਜਿਹੜਾ 1 ਜੁਲਾਈ ਸੰਤ ਤੇਜਾ ਸਿੰਘ ਡੇ ਮਨਾਇਆ ਕਰਨਾ ਹਰ ਸਾਲ, ਵੀ ਇਸ ਨੂੰ ਇਕੱਲਾ ਇਹ ਨਹੀਂ ਵੀ ਅਸੀਂ ਸਿਰਫ ਕੋਈ ਇੱਕ ਦਿਨ ਦਾ ਧਾਰਮਿਕ ਸਮਾਗਮ ਕੀਤਾ ਤੇ ਚਲੋ ਜੀ ਅਸੀਂ ਇਹ ਡੇ ਨੂੰ ਸਮਰਪਿਤ ਕਰ ਦਿੱਤਾ। ਤੁਹਾਨੂੰ ਲੱਗਦਾ ਵੀ ਇਸ ਦੇ ਵਾਸਤੇ ਸਾਨੂੰ ਕੋਈ ਹੋਰ ਉਪਰਾਲੇ ਵੀ ਕਰਨ ਦੀ ਲੋੜ ਹੈਗੀ ਆ? ਬਿਲਕੁਲ ਜੀ। ਅਸੀਂ ਇੱਥੇ ਮੈਂ ਦੱਸਦਾ ਕਿ ਸਿੱਖ ਯੂਥ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਦਿਨ ਉਦੋਂ ਤੋਂ ਹੀ 2006 ਤੋਂ ਲਗਾਤਾਰ ਹਰ ਸਾਲ ਅਸੀਂ ਇੱਥੇ ਮਨਾਉਂਦੇ ਆ ਰਹੇ ਹਾਂ। ਸੰਤ ਤੇਜਾ ਸਿੰਘ ਡੇ
ਕਈ ਸਿੱਖ ਸੁਸਾਇਟੀਆਂ ਹੋਰ ਕਈ ਥਾਵਾਂ 'ਤੇ ਮਨਾਇਆ ਜਾਂਦਾ, ਪਰ ਇਸ ਨੂੰ ਹਰ ਥਾਂ 'ਤੇ ਉੱਥੇ ਤਾਂ ਮਨਾਇਆ ਹੀ ਜਾਣਾ ਚਾਹੀਦਾ। ਉਸ ਤੋਂ ਬਿਨਾਂ ਜਿਹੜੀ ਇਹ ਰੈਕੋਗਨੀਸ਼ਨ ਮਿਲੀ ਆ, ਮੈਨੂੰ ਪੂਰੀ ਆਸ ਹੈ ਇਹਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਪਤਾ ਚੱਲਿਆ, ਅਤੇ ਸਾਨੂੰ ਕਾਲਾਂ ਵੀ ਆ ਰਹੀਆਂ ਨੇ, ਪੁੱਛ ਰਹੇ ਨੇ ਕਿ ਕਾਫੀ ਮੀਡੀਆ ਦੇ ਵਿੱਚੋਂ ਵੀ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਸੀ, ਹੋਰ ਦੱਸੋ। ਸੋ ਮੇਰਾ ਖਿਆਲ ਹੈ ਇਹਦੇ ਨਾਲ ਇੱਕ ਅਵੇਅਰਨੈਸ ਆਏਗੀ, ਅਤੇ ਸਾਨੂੰ ਮੇਨ ਸਟਰੀਮ ਨੂੰ ਵੀ ਜਾ ਕੇ ਦੱਸਣਾ ਚਾਹੀਦਾ ਕਿ ਇਹ ਜਿਹੜੀ ਆ ਮਤਲਬ ਇਹਨਾਂ ਦਾ ਕੀ ਯੋਗਦਾਨ ਸੀ, ਅਤੇ ਸਾਡੀ ਕਮਿਊਨਿਟੀ ਦੇ ਨਾਲ ਉਸ ਵੇਲੇ ਕਿਹੋ ਜਿਹਾ ਵਿਤਕਰਾ ਹੋਇਆ, ਕਿਹੋ ਜਿਹਾ ਧੱਕਾ ਹੁੰਦਾ ਰਿਹਾ, ਅਤੇ ਉਸ ਨੂੰ ਕਿਵੇਂ ਰੋਕਿਆ ਗਿਆ। ਇਹ ਸਾਡੇ ਲਈ ਇੱਕ ਮਾਰਗ ਦਰਸ਼ਨ ਵੀ ਹੈ, ਕਿਉਂਕਿ ਪਿੱਛੇ ਜੇ ਆਪਣੀ ਗੱਲ ਹੋਈ ਫਰਾਂਸ ਦੀ, ਫਰਾਂਸ ਦੇ ਵਿੱਚ ਦਸਤਾਰ ਦਾ ਮਸਲਾ ਆਇਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਤਾਂ ਉਸ ਵੇਲੇ ਮੇਰੀ ਯੂਨਾਈਟਿਡ ਸਿੱਖਸ ਦੇ ਵੀਰਾਂ ਨਾਲ ਗੱਲ ਹੋਈ, ਉੱਥੇ ਆਏ ਸਨ ਜਦੋਂ ਸਾਰੇ ਉਪਰਾਲੇ ਕਰ ਰਹੇ ਸੀ। ਮੈਂ ਉਹਨਾਂ ਨੂੰ ਜ਼ਿਕਰ ਕੀਤਾ ਕਿ ਤੁਸੀਂ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਜਾਓ, ਕਿ ਉੱਥੇ ਉਹਨਾਂ ਨੇ ਕਿਹੜੀ ਦਲੀਲ ਦੇ ਕੇ ਅੱਜ ਤੋਂ 100 ਸਾਲ ਪਹਿਲਾਂ ਦਸਤਾਰਧਾਰੀ ਸਿੱਖ ਉਹ ਅੰਦਰ ਐਂਟਰ ਕੀਤੇ, ਜਿਹੜਾ ਕਿ ਉਸ ਵੇਲੇ ਬਹੁਤ ਮੁਸ਼ਕਿਲ ਸੀ, ਉਹ ਵੀ ਬ੍ਰਿਟਿਸ਼ ਦੀ ਉਸ ਮੁਲਕ ਵਿੱਚ ਜਿਹੜਾ ਸਾਰੀ ਦੁਨੀਆ ਨੂੰ ਰੂਲ ਕਰ ਰਿਹਾ ਸੀ ਉਹਦੇ ਲਈ। ਸੋ ਉਹਨਾਂ ਦਾ ਕੈਲੀਬਰ ਕਿੰਨਾ ਉੱਚਾ ਹੋਏਗਾ, ਔਰ ਕਿੰਨੀ ਉੱਚੀ ਉਹਨਾਂ ਦੀ ਸੋਚ 'ਤੇ ਸਾਰਾ ਹੋਏਗਾ, ਕਿਸ ਉਹ ਲੈਵਲ 'ਤੇ ਹੋਣਗੇ ਕਿ ਉਹਨਾਂ ਨੇ ਇਕੱਲਿਆਂ ਇਹ ਕੰਮ ਨਜਿੱਠ ਕੇ ਉੱਥੇ ਜਿਹੜੀ ਆ ਐਡਮਿਸ਼ਨ ਲਈ। ਸੋ ਇਸ ਕਰਕੇ ਇਹਦੇ ਨਾਲ ਹੋਰ ਬਹੁਤ ਕੁਛ ਅੱਜ ਕਰਨ ਦੀ ਲੋੜ ਹੈ, ਕਿਉਂਕਿ ਇਹ ਇੱਥੇ ਹੀ ਬਸ ਨਹੀਂ। ਅੱਜ ਜੇ ਅਸੀਂ ਜ਼ਿਆਦਾ ਧਿਆਨ ਨਾਲ ਦੇਖਦੇ ਹਾਂ, ਜਿਹੜਾ ਸਿੱਖ ਹੈ ਉਹ ਇੰਡੀਵਿਜੂਅਲੀ ਬਹੁਤ ਸਕਸੈਸਫੁੱਲ ਹੈ, ਆਪਣੇ ਪਰਿਵਾਰਕ ਤੌਰ 'ਤੇ, ਆਪਣੇ ਸਮਾਜਿਕ ਤੌਰ 'ਤੇ, ਆਪਣੇ ਆਰਥਿਕ ਤੌਰ 'ਤੇ, ਆਪਣੇ ਪੋਲੀਟੀਕਲ ਤੌਰ 'ਤੇ। ਪਰ ਐਜ਼ ਏ ਸੁਸਾਇਟੀ ਅਸੀਂ, ਸਾਡੇ ਵਿੱਚ ਜਿਹੜੀ ਘਾਟ ਹੈ, ਜਿੱਥੇ ਅਸੀਂ ਜਿਸ ਪਲੇਟਫਾਰਮ 'ਤੇ ਸਾਨੂੰ ਇਕੱਠੇ ਹੋ ਕੇ ਇੱਕ ਬੁਲੰਦ ਇੱਕ ਆਵਾਜ਼ ਹੋਣੀ ਚਾਹੀਦੀ ਆ, ਉਹਦੇ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈ। ਉਹ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਵਾਂਗੇ, ਸਾਡੀ ਕੌਮ ਹੈ ਜਿਹੜੀ ਉਹ ਹੋਰ ਜ਼ਿਆਦਾ ਤਰੱਕੀ ਨਹੀਂ ਕਰ ਸਕੀ। ਅਸੀਂ ਪੰਜਾਬੀ ਲੋਕ ਚੈਨਲ ਵੱਲੋਂ ਵੀ ਅਸੀਂ ਕੈਨੇਡਾ ਵਾਸੀਆਂ ਦੀ ਇਸ ਪ੍ਰਾਪਤੀ ਦੇ ਲਈ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ, ਤੇ ਨਾਲ ਹੀ ਅਸੀਂ ਅੰਤ ਦੇ ਵਿੱਚ ਤੁਹਾਨੂੰ ਪੁੱਛਦੇ ਵੀ ਕੋਈ ਤੁਸੀਂ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਦੇ ਰਾਹੀਂ ਪੂਰੇ ਸਿੱਖ ਭਾਈਚਾਰੇ ਨੂੰ ਕੋਈ ਮੈਸੇਜ ਦੇਣਾ ਚਾਹੋ, ਕੋਈ ਤੁਹਾਡੇ ਅੰਦਰ ਬਲਬਲਾ ਹੋਵੇ ਵੀ ਹਾਂਜੀ ਇਹ ਗੱਲ ਹੋਣੀ ਚਾਹੀਦੀ ਹੈ। ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਵੀ ਖਾਸ ਕਰਕੇ ਆਪਾਂ ਅੱਜ ਸੰਤ ਤੇਜਾ ਸਿੰਘ ਦੀ ਗੱਲ ਕਰ ਰਹੇ ਹਾਂ, ਇਹਨਾਂ ਦੇ ਬਾਰੇ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ, ਘਰ ਤੋਂ ਹੀ ਸ਼ੁਰੂ ਹੁੰਦੀ ਹੈ ਜਿਹੜੀ ਵਿੱਦਿਆ, ਦੱਸਿਆ ਜਾਵੇ ਕੌਣ ਸਨ, ਕੀ ਇਹਨਾਂ ਨੇ ਕੀਤਾ। ਅਤੇ ਇੱਕ ਬੜੀ ਵਧੀਆ ਚੀਜ਼ ਹੈ ਸਾਡੇ ਕੋਲ ਇਹਨਾਂ ਦੇ ਜੀਵਨ, ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਕਿਤੇ ਬਹੁਤਾ ਉਭਾਰਿਆ ਨਹੀਂ, ਬੜੀ ਨਿਮਰਤਾ ਹੰਬਲਤਾ ਦੇ ਵਿੱਚ ਰਹੇ, ਕੋਈ ਆਪਣਾ ਕੁਛ ਬਣਾਇਆ ਨਹੀਂ। ਇੱਥੇ ਏਡੀਆਂ ਕਾਰਜ ਕਰਕੇ ਵੀ, ਅਤੇ ਜਦੋਂ ਵਾਪਸ ਜਾਂਦੇ ਆ ਤਾਂ ਇਹਨਾਂ ਕੋਲ ਜਾਣ ਵੇਲੇ ਕਿਰਾਇਆ ਵੀ ਨਹੀਂ ਸੀ ਕੋਲ। ਮਤਲਬ ਇੰਨੀ ਗਰੀਬੀ ਅਤੇ ਇੰਨੀ ਇਸ ਤਰ੍ਹਾਂ ਹਲੀਮੀ ਦੇ ਮਾਲਕ ਸਨ ਕਿ ਮਤਲਬ ਕੁਛ ਆਪਣੇ ਲਈ ਨਿੱਜੀ ਕੁਛ ਨਹੀਂ, ਆਪਣੀ ਸਾਰੀ ਜ਼ਿੰਦਗੀ ਦਾ ਜਿਹੜਾ ਸੈਕਰੀਫਾਈਸ ਹੈ ਉਹ ਕੌਮ ਲਈ ਕੀਤਾ। ਅਤੇ ਉਹਦੇ ਵਾਸਤੇ ਜਿਹੜੀ ਇੱਕ ਬੁੱਕ ਹੈ ਲਾਈਫ ਆਫ ਗੁਰਮੁਖ ਦੇ ਨਾਂ ਥੱਲੇ ਸਤਿਕਾਰਯੋਗ ਡਾਕਟਰ ਖੇਮ ਸਿੰਘ ਜੀ ਗਿੱਲ ਉਹਨਾਂ ਨੇ ਲਿਖੀ ਆ, ਉਹ ਬਹੁਤ ਕੰਪਰੀਹੈਂਸਿਵ ਬੁੱਕ ਹੈ। ਉਹਦੇ ਵਿੱਚ ਪੂਰੀ ਡਿਟੇਲ ਹੈ ਇਹਨਾਂ ਦੇ ਜੀਵਨ ਬਾਰੇ, ਅਤੇ ਇੱਥੇ ਦਾ ਜੋ ਹੋਇਆ ਉਹਦੇ ਇਤਿਹਾਸਿਕ ਹਿਸਟੋਰਿਕ ਫੈਕਟਸ, ਅਖਬਾਰਾਂ ਦੀਆਂ ਕਟਿੰਗਸ, ਹੋਰ ਸਾਰਾ ਕੁਛ ਉਹਦੇ ਵਿੱਚ ਲਾਇਆ ਗਿਆ। ਉੱਥੋਂ ਬਹੁਤ ਜਾਣਕਾਰੀ ਮਿਲਦੀ ਹੈ, ਉਹਨੂੰ ਪੜ੍ਹਿਆ ਜਾਵੇ, ਪੜ੍ਹ ਕੇ ਅਤੇ ਉਹ ਫਿਰ ਸਾਨੂੰ ਹੋਰ ਪਤਾ ਲੱਗੇ, ਅੱਗੇ ਦੱਸਿਆ ਜਾਵੇ। ਅਤੇ ਇਸੇ ਤਰ੍ਹਾਂ ਜਿੱਥੇ ਵੀ ਅਸੀਂ ਬੈਠੇ ਹਾਂ, ਜਿਵੇਂ ਖਾਸ ਕਰਕੇ ਕੈਨੇਡਾ ਯੂਨੀਵਰਸਿਟੀ, ਹੋਰ ਵੀ ਸਾਡੇ ਬਹੁਤ ਪੁਰਾਤਨ ਗੁਰਸਿੱਖ ਸਨ, ਜਿਵੇਂ ਭਾਈ ਮੇਵਾ ਸਿੰਘ ਹੈ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ, ਭਾਈ ਬਦਨ ਸਿੰਘ ਉਸ ਵੇਲੇ ਦੇ। ਉਹ ਸਾਰਿਆਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ, ਕਿਉਂਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਹ ਆਨੰਦ ਮਾਣ ਰਹੇ ਹਾਂ, ਵਰਨਾ ਅਸੀਂ ਪਤਾ ਨਹੀਂ ਕਿੱਥੇ ਹੋਣਾ ਸੀਗਾ। ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹਰਪਾਲ ਸਿੰਘ, ਅਸੀਂ ਭਾਵੇਂ ਦੱਸ ਸਕੇ ਹਾਂ ਜਾਂ ਨਹੀਂ, ਜੇ ਤੁਸੀਂ ਉਸ ਵੇਲੇ ਦੀਆਂ ਅੰਗਰੇਜ਼ੀ ਅਖਬਾਰਾਂ, ਸਾਡੀਆਂ ਅਖਬਾਰਾਂ ਤਾਂ ਨਹੀਂ ਸਨ ਉਸ ਵੇਲੇ, ਇੰਗਲਿਸ਼ ਦੀਆਂ ਮੇਨ ਸਟਰੀਮ ਦੀਆਂ ਅਖਬਾਰਾਂ ਦਾ ਵੈਨਕੂਵਰ ਪ੍ਰੋਵਿੰਸ ਸਨ ਨਾਂ ਦੀ ਅਖਬਾਰ ਛਪਦੀ ਸੀ, ਅੱਜ ਵੀ ਛਪਦੀ ਹੈ। 1908 ਦੀ 12 ਦਸੰਬਰ 1908 ਦੀ ਅਖਬਾਰ ਦਾ ਫਰੰਟ ਪੇਜ ਦਾ ਟਾਈਟਲ ਹੈ ਮਿਸਟਰੀ ਐਂਡ ਪਾਵਰਸ ਆਫ ਤੇਜਾ ਸਿੰਘ, ਅਤੇ ਉਹਨਾਂ ਦਾ ਪੂਰਾ ਕੈਮਰੇ ਦਾ ਫੋਟੋ ਨਹੀਂ, ਸਕੈਚ ਬਣਾ ਕੇ ਲਾਇਆ ਹੈ, ਜਿੱਥੇ ਉਹ ਜਰਨਲਿਸਟ ਨੇ ਲਿਖਿਆ ਵੀ ਇਹ ਪਤਾ ਨਹੀਂ ਕੌਣ ਹੈ ਬੰਦਾ, ਵੀ ਇਹ ਕਿੱਥੋਂ ਆਇਆ, ਟੂ ਸੇਵ ਹਿਜ਼ ਕੰਟਰੀਮੈਨ ਰਿਗਾਰਡਡ ਬਾਏ ਦੈਮ ਐਜ਼ ਏ ਡੈਮੀ ਗੋਡ। ਇੱਥੋਂ ਤੱਕ ਉਹਨੇ ਇਹ ਸ਼ਬਦ ਲਿਖੇ ਨੇ, ਅਤੇ ਉਹਦੇ ਵਿੱਚ ਉਹ ਦੱਸਦਾ ਵੀ ਇਹ ਬੰਦਾ ਜਿੱਥੋਂ ਦੀ ਲੰਘਦਾ ਕਾਫਲਾ ਦੇ ਮਗਰ ਹੋ ਤੁਰ ਪੈਂਦਾ। ਅਤੇ ਮਤਲਬ ਇਸ ਤਰ੍ਹਾਂ ਉਹਨਾਂ ਨੇ ਲਿਖਿਆ, ਔਰ ਇਹ ਗੱਲ ਸੱਚ ਵੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਸੀ, ਉਹਨਾਂ ਦਾ ਜਿਹੜਾ ਪ੍ਰਭਾਵ ਸੀ ਇੰਨਾ ਸੀ। ਅਤੇ ਇੱਕ ਬ੍ਰਿਟਿਸ਼ ਗਵਰਨਰ ਦੀ, ਉਸ ਵੇਲੇ ਕੈਨੇਡਾ ਵੀ ਰੂਲ ਸੀ ਬਾਏ ਬ੍ਰਿਟਿਸ਼,
ਇੱਕ ਜਰਨਲ ਸਵੇਨ ਦੀ ਰਿਪੋਰਟ ਹੈ ਇੰਗਲੈਂਡ ਨੂੰ ਲਿਖੀ ਹੋਈ, ਜਿਹਦੇ 'ਚੋਂ ਲਿਖਦਾ ਕਿ ਜੋ ਕੰਮ ਤੇਜਾ ਸਿੰਘ ਨੇ ਕੈਨੇਡਾ ਦੇ ਵਿੱਚ ਕੀਤਾ ਅਸੀਂ ਇੰਡੀਆ ਰੂਲ ਕਰਕੇ ਵੀ ਉਹ ਕਰ ਨਹੀਂ ਸਕੇ। ਇੰਨਾ ਪ੍ਰਭਾਵ ਸੀ, ਇਹ ਰਿਕਾਰਡ ਦੇ ਵਿੱਚ ਚੀਜ਼ਾਂ ਅੱਜ ਦਰਜ ਨੇ। ਸੋ ਸਾਨੂੰ ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਉਹਨਾਂ ਦੀ ਕਿੱਡੀ ਵੱਡੀ ਕੰਟਰੀਬਿਊਸ਼ਨ ਹੋਏਗੀ, ਕਿੰਨਾ ਉਹਨਾਂ ਨੇ ਕੰਮ ਕੀਤਾ ਹੋਏਗਾ। ਅਸੀਂ ਤਾਂ ਸਿਰਫ ਗੱਲਾਂ ਹੀ ਕਰ ਸਕਦੇ ਹਾਂ। ਸੋ ਮੈਂ ਉਮੀਦ ਕਰਦਾ ਵੀ ਇਹ ਜਿਹੜਾ ਅਜਿਹੇ ਨਾਲ, ਕਿਉਂਕਿ ਉਹਨਾਂ ਸ਼ਖਸੀਅਤਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸਿਰਫ ਇੱਕ ਸਤਿਕਾਰ ਹੈ ਉਹਨਾਂ ਲਈ। ਤਾਂ ਅਸੀਂ ਜਿਹੜਾ ਕਰ ਰਹੇ ਹਾਂ ਉਹ ਤਾਂ ਜੋ ਕਰ ਗਏ। ਹੁਣ ਅੱਗੇ ਅਸੀਂ, ਸਾਡੀ ਕੌਮ ਨੇ, ਸਾਡੀ ਪਨੀਰੀ ਨੇ, ਸਾਡੇ ਬੱਚਿਆਂ ਨੇ ਕੀ ਕਰਨਾ, ਇਹ ਸਾਡੇ ਤੇ ਨਿਰਭਰ ਕਰਦਾ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀ ਲੋਕ ਚੈਨਲ ਨੂੰ ਸਮਾਂ ਦਿੱਤਾ ਆਪਣੇ ਬਿਜੀ ਸਕੈਜੂਲ ਵਿੱਚੋਂ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।